ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਦਰਸ਼ਨ ਕੀ ਹੈ। ਪਹਿਲੀ ਦੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਗੱਲ ਕੀਤੀ ਦ੍ਰਿਸ਼ਟੀਕੋਣ ਕੀ ਹੈ, ਵਿਚਾਰਧਾਰਾ ਕੀ ਹੈ, ਅਤੇ ਅੱਜ ਅਸੀਂ ਉਸ ਤੋਂ ਅਗਲੇ ਪੜਾਅ ਤੇ ਜਾਂਦੇ ਹੋਏ ਇਸ ਗੱਲ ਬਾਰੇ ਚਰਚਾ ਕਰਾਂਗੇ ਕਿ ਦਰਸ਼ਨ ਅਸੀਂ ਕਿਸ ਨੂੰ ਆਖਦੇ ਹਾਂ। ਦਰਸ਼ਨ ਬੁਨਿਆਦੀ ਤੌਰ ਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਗੁੰਝਲਦਾਰ ਵਰਤਾਰਾ ਮੰਨਿਆ ਜਾਂਦਾ ਹੈ। ਗੁੰਝਲਦਾਰ ਇਸ ਨੂੰ ਇਸ ਕਰਕੇ ਕਹਿੰਦੇ ਆ ਕਿ ਇਸ ਨੂੰ ਕਿਸੇ ਇੱਕ ਰੂਪ ਦੇ ਵਿੱਚ ਸਮਝਣ ਦੀ, ਦੱਸਣ ਦੀ ਜਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਇਸ ਦੇ ਬਹੁਤ ਸਾਰੇ ਹਿੱਸੇ ਬਣਾ ਕੇ ਇਸ ਨੂੰ ਦੇਖਿਆ ਜਾਂਦਾ ਹੈ। ਪਰ ਦੂਜੇ ਅਰਥਾਂ ਵਿੱਚ ਕਿਹਾ ਜਾਵੇ ਤਾਂ ਇਹ ਸਭ ਤੋਂ ਸਿੰਪਲ ਵਰਤਾਰਾ ਹੈ। ਇਸ ਨੂੰ ਬੜੇ ਆਸਾਨ ਤਰੀਕੇ ਨਾਲ, ਸਹਿਜ ਨਾਲ ਅਸੀਂ ਸਮਝ ਸਕਦੇ ਹਾਂ। ਸਾਡੇ ਰੋਜ਼ ਦੇ ਕਾਰੋ ਵਿਹਾਰ ਵਿੱਚ ਵਰਤੇ ਜਾਣ ਵਾਲੇ ਸ਼ਬਦ, ਉਹਨਾਂ ਰਾਹੀਂ ਅਸੀਂ ਇਸ ਦਾ ਗਿਆਨ ਹਾਸਲ ਕਰ ਸਕਦੇ ਹਾਂ। ਸੌਖੇ ਸ਼ਬਦਾਂ ਵਿੱਚ ਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਭਾਵ ਇਹ ਲਿਆ ਜਾਂਦਾ ਹੈ ਕਿ ਜੋ ਅਸੀਂ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਗ੍ਰਹਿਣ ਕਰਦੇ ਹਾਂ, ਉਸ ਨੂੰ ਅਸੀਂ ਸਾਡੀ ਦ੍ਰਿਸ਼ਟੀ ਕਹਿ ਦਿੰਦੇ ਹਾਂ, ਅਤੇ ਜੋ ਸਾਡੀ ਦ੍ਰਿਸ਼ਟੀ ਤੋਂ ਬਾਅਦ ਸਾਡੀ ਇੱਕ ਸੋਚ ਉਤਪੰਨ ਹੁੰਦੀ ਹੈ, ਉਸ ਨੂੰ ਅਸੀਂ ਵਿਚਾਰਧਾਰਾ ਦੀ ਕੋਟੀ ਵਿੱਚ ਰੱਖ ਲੈਂਦੇ ਹਾਂ, ਅਤੇ ਜੋ ਦ੍ਰਿਸ਼ਟੀ ਰਾਹੀਂ ਉਪਜੀ ਹੋਈ ਸੋਚ ਤੋਂ ਅਸੀਂ ਇੱਕ ਠੋਸ ਸਮਝ ਬਣਾਉਣੇ ਆ, ਉਸ ਨੂੰ ਦਰਸ਼ਨ ਕਿਹਾ ਜਾਂਦਾ ਹੈ। ਠੋਸ ਸਮਝ ਨੂੰ ਦਰਸ਼ਨ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਬੁਨਿਆਦੀ ਤੌਰ ਤੇ ਦਰਸ਼ਨ ਉਹ ਵਰਤਾਰਾ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਮਾਨਵ ਜੀਵਨ ਨਾਲ ਸੰਬੰਧਿਤ ਬੁਨਿਆਦੀ ਸਵਾਲਾਂ ਦੇ ਉੱਤਰ ਤਲਾਸ਼ਦੇ ਹਾਂ। ਬੁਨਿਆਦੀ ਸਵਾਲ ਅਸੀਂ ਕਿਹਨਾਂ ਨੂੰ ਆਖਦੇ ਹਾਂ? ਜਿਹੜੇ ਮਨੁੱਖ ਦੀ ਹੋਂਦ ਨਾਲ ਸਦੀਆਂ ਤੋਂ ਜੁੜੇ ਹੋਏ ਹਨ, ਜਿਨ੍ਹਾਂ ਬਾਰੇ ਕੋਈ ਸਾਡੇ ਕੋਲੇ ਅੰਤਮ ਪ੍ਰਸ਼ਨ ਨਹੀਂ ਹੈ। ਉਹਨਾਂ ਸਾਰੇ ਸਵਾਲਾਂ ਨੂੰ ਅਸੀਂ ਮਨੁੱਖ ਨਾਲ ਜੁੜੇ ਹੋਏ ਮੂਲ ਜਾਂ ਬੁਨਿਆਦੀ ਸਵਾਲ ਆਖਦੇ ਹਾਂ। ਜਿਵੇਂ ਅਸੀਂ ਜੇ ਇੱਕ ਸ਼ੁਰੂ ਦੀ ਗੱਲ ਕਰੀਏ ਤਾਂ ਸਭ ਤੋਂ ਬੁਨਿਆਦੀ ਸਵਾਲ ਇਹ ਹੈ ਕਿ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ, ਇਹ ਸੰਸਾਰ ਕਿਵੇਂ ਬਣਿਆ। ਕੀ ਇਹ ਸੰਸਾਰ ਕਿਸੇ ਵਿਸ਼ੇਸ਼ ਵਿਅਕਤੀ ਨੇ ਬਣਾਇਆ? ਕੀ ਇਹ ਸੰਸਾਰ ਕਿਸੇ ਵਿਸ਼ੇਸ਼ ਵਿਗਿਆਨਕ ਘਟਨਾ ਤੋਂ ਬਣਿਆ? ਕੀ ਇਹ ਸੰਸਾਰ ਕਿਸੇ ਇੱਕ ਦਿਨ ਵਿੱਚ ਬਣਿਆ? ਕੀ ਇਹ ਸੰਸਾਰ ਲਗਾਤਾਰ ਵਿਕਾਸ ਦੀ ਸਥਿਤੀ ਦੇ ਵਿੱਚੋਂ ਉਪਜਦਾ ਹੋਇਆ ਸਾਡੇ ਤੱਕ ਪਹੁੰਚਿਆ? ਇਸ ਦੇ ਨਾਲ ਹੀ ਜੁੜਿਆ ਹੋਇਆ ਦਰਸ਼ਨ ਦਾ ਦੂਸਰਾ ਪੱਖ ਜੇ ਅਸੀਂ ਦੇਖੀਏ, ਉਹ ਇਹ ਕਹਿੰਦਾ ਹੈ ਕਿ ਜੇ ਸਾਡੇ ਕੋਲੇ ਸ੍ਰਿਸ਼ਟੀ ਕਿਸੇ ਵੀ ਤਰੀਕੇ ਨਾਲ ਹੋਂਦ ਦੇ ਵਿੱਚ ਆਈ ਹੋਈ ਸਾਨੂੰ ਦਿਖਦੀ ਹੈ, ਤਾਂ ਉਸ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਇਵੋਲਵ ਕੀਤਾ, ਬੰਦਾ ਕਿਵੇਂ ਬਣਿਆ, ਬੰਦਾ ਜਿਹੜਾ ਪਹਿਲਾ ਮਨੁੱਖ ਸੀ ਉਹ ਕਿਸ ਪ੍ਰਕਾਰ ਉਪਜਿਆ। ਅਸੀਂ ਸਾਰੇ ਜਾਣਦੇ ਹਾਂ ਕਿ ਜੋ ਅਸੀਂ ਅੱਜ ਇੱਥੇ ਤੁਰਦੇ ਫਿਰਦੇ ਹਾਂ, ਅਸੀਂ ਇੱਕ ਮਾਂ ਪਿਓ ਦੇ ਮਿਲਣ ਤੋਂ ਉਪਜੀ ਹੋਈ ਸੰਤਾਨ ਹੈ। ਪਹਿਲਾ ਮਨੁੱਖ ਕਿਵੇਂ ਬਣਿਆ, ਇਹ ਦਰਸ਼ਨ ਦਾ ਸਵਾਲ ਹੈ। ਉਸ ਪਹਿਲੇ ਮਨੁੱਖ ਦਾ ਮਾਂ-ਬਾਪ ਕੌਣ ਸੀ? ਉਹਦਾ ਆਦਿ ਬਿੰਦੂ ਕੌਣ ਸੀ? ਸਭ ਤੋਂ ਪਹਿਲੇ ਜੰਮੇ ਹੋਏ ਬੱਚੇ ਦੀ ਮਾਂ ਕੌਣ ਸੀ? ਇਹ ਸਾਰੇ ਜਿਹੜੇ ਪ੍ਰਸ਼ਨ ਹੈ, ਇਹਨਾਂ ਦਾ ਉੱਤਰ ਸਾਨੂੰ ਦਰਸ਼ਨ ਹੀ ਦਿੰਦਾ ਹੈ। ਦਿਨ ਤੇ ਰਾਤ ਕਿਵੇਂ ਬਣੇ, ਪਹਾੜ ਕਿਵੇਂ ਬਣੇ, ਪ੍ਰਕਿਰਤੀ ਕਿਵੇਂ ਬਣੀ, ਰੁੱਤਾਂ ਕਿਵੇਂ ਬਣੀਆਂ, ਇਹ ਸਾਰੇ ਜਿਹੜੇ ਸਵਾਲ ਹੈ, ਇਹਨਾਂ ਸਾਰੇ ਸਵਾਲਾਂ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਰੇ ਦੇ ਸਾਰੇ ਇਹ ਦਰਸ਼ਨ ਦੇ ਪ੍ਰਵਰਗ ਵਿੱਚ ਰੱਖੇ ਜਾ ਸਕਦੇ ਹੈ। ਵਿਸ਼ਵ ਭਰ ਦੇ ਸਮੁੱਚੇ ਦਰਸ਼ਨ ਨੂੰ ਬੁਨਿਆਦੀ ਤੌਰ ਤੇ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਸਮਝਣ ਦੀ ਜਾਂ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਨੂੰ ਕਿਹਾ ਜਾਂਦਾ ਹੈ ਵਿਚਾਰਵਾਦੀ ਦਰਸ਼ਨ। ਜੋ ਮਨੁੱਖ ਦੇ ਮਨ ਦੇ ਵਿੱਚ ਵਿਚਾਰ ਆਇਆ, ਉਸ ਨੇ ਉਸ ਤੇ ਸੋਚ ਵਿਚਾਰ ਕਰਕੇ ਸਮਝ ਬਣਾਈ, ਉਸ ਤੋਂ ਉਪਜੇ ਹੋਏ ਖਿਆਲ ਰਾਹੀਂ ਜੋ ਵਰਤਾਰਿਆਂ ਬਾਰੇ ਉਹਦੀ ਸੋਝੀ ਤੋਂ ਉਪਜਿਆ ਹੋਇਆ ਦਰਸ਼ਨ ਹੈ, ਉਸ ਨੂੰ ਵਿਚਾਰਵਾਦੀ ਦਰਸ਼ਨ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਇੱਕ ਵਿਸ਼ੇਸ਼ ਵਿਚਾਰ ਵਜੋਂ ਸਾਡੇ ਕੋਲੇ ਗੱਲ ਸਾਹਮਣੇ ਆਈ, ਉਹ ਵਿਚਾਰ ਇਹ ਸੀ ਕਿ ਜਿਹੜੀ ਸ੍ਰਿਸ਼ਟੀ ਹੈ ਉਹ ਬ੍ਰਹਮਾ ਨੇ ਸਾਜੀ ਹੋਈ ਹੈ। ਸ੍ਰਿਸ਼ਟੀ ਕਿਸੇ ਵਿਸ਼ੇਸ਼ ਦੇਵਤੇ ਦੀ ਬਣਾਈ ਹੋਈ ਹੈ। ਸ੍ਰਿਸ਼ਟੀ ਕਿਸੇ ਵਿਸ਼ੇਸ਼ ਪੜਾਅ ਤੋਂ ਉਪਜੀ ਹੋਈ ਹੈ। ਇਹ ਜਿਹੜੇ ਸਾਰੇ ਵਰਤਾਰੇ ਹੈ, ਇਹ ਦਰਸ਼ਨ ਦੇ ਵਿਚਾਰਵਾਦੀ ਪੱਖ ਦੇ ਅੰਤਰਗਤ ਆ ਜਾਂਦੇ ਹੈ। ਦੂਸਰਾ ਦਰਸ਼ਨ ਨੂੰ ਸਮਝਣ ਦਾ ਪਦਾਰਥਵਾਦੀ ਪੱਖ ਹੈ। ਪਦਾਰਥਵਾਦੀ ਪੱਖ ਇਹ ਕਹਿੰਦਾ ਹੈ ਕਿ ਸ੍ਰਿਸ਼ਟੀ ਕਿਸੇ ਵਿਸ਼ੇਸ਼ ਬ੍ਰਹਮ ਨੇ, ਗੈਬੀ ਸ਼ਕਤੀ ਨੇ ਜਾਂ ਕੋਈ ਪਰਮਾਤਮਾ ਨਾਂ ਦੀ ਚੀਜ਼ ਨੇ ਨਹੀਂ ਬਣਾਈ ਹੋਈ, ਬਲਕਿ ਸਾਡੇ ਸੰਸਾਰ ਦੇ ਵਿੱਚ ਵੱਖ-ਵੱਖ ਗੈਸਾਂ ਸੀ, ਹੌਲੀ-ਹੌਲੀ ਠੰਡੀਆਂ ਹੋਈਆਂ। ਠੰਡੀਆਂ ਹੋਣ ਤੋਂ ਬਾਅਦ ਜਿਹੜੀ ਸਾਡੀ
ਪ੍ਰਕਿਰਤੀ ਸੀ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ। ਇੱਕ ਪਾਸੇ ਸੋਲਿਡ ਮਟੀਰੀਅਲ ਆਏ ਜਿਨ੍ਹਾਂ ਨੂੰ ਅਸੀਂ ਹੁਣ ਪ੍ਰਿਥਵੀ ਕਹਿ ਦਿੰਦੇ ਆ, ਦੂਸਰਾ ਲਿਕੁਇਡ ਮਟੀਰੀਅਲ ਆਇਆ ਜਿਸ ਨੂੰ ਅਸੀਂ ਪਾਣੀ ਆਖ ਦਿੰਦੇ ਆ। ਇਹਨਾਂ ਦੇ ਵਿੱਚੋਂ ਇੱਕ ਸੈੱਲ ਵਾਲਾ ਜੀਵ ਜਿਸ ਨੂੰ ਅਮੀਬਾ ਕਿਹਾ ਜਾਂਦਾ ਉਹ ਪੈਦਾ ਹੋਇਆ, ਹੌਲੀ ਹੌਲੀ ਰੀਂਗਣ ਵਾਲੇ ਜੀਵ ਪੈਦਾ ਹੋਏ। ਫਿਰ ਜਿਸ ਤਰੀਕੇ ਨਾਲ ਡਾਰਵਨ ਨੇ ਵਿਕਾਸ ਦਾ ਸਿਧਾਂਤ ਦਿੱਤਾ ਹੈ ਉਸ ਪ੍ਰਕਾਰ ਇਹ ਜਿਹੜੀ ਸ੍ਰਿਸ਼ਟੀ ਹੈ ਇਹ ਹੋਂਦ ਦੇ ਵਿੱਚ ਆਈ। ਇਸ ਲਈ ਦੋਸਤੋ ਅਸੀਂ ਮੰਨਦੇ ਹਾਂ ਕਿ ਦਰਸ਼ਨ ਦੇ ਵਿੱਚ ਜਦੋਂ ਅਸੀਂ ਦਰਸ਼ਨ ਦੀ ਸਮਝ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਉਸ ਦਾ ਭਾਵ ਮਨੁੱਖ ਦੇ ਬੁਨਿਆਦੀ ਸਵਾਲਾਂ ਦਾ ਉੱਤਰ ਦੇਣਾ ਹੈ, ਉਹਦੇ ਨਾਲ ਹੀ ਨਾਲ ਉਹਦਾ ਇਹ ਭਾਵ ਵੀ ਹੁੰਦਾ ਹੈ ਕਿ ਦਰਸ਼ਨ ਹੈ ਜਿਹੜਾ ਉਹ ਕਿੰਨੀਆਂ ਕੋਟੀਆਂ ਦੇ ਵਿੱਚ ਵੰਡ ਕੇ ਸਾਡੀ ਸ੍ਰਿਸ਼ਟੀ ਨੂੰ, ਬ੍ਰਹਿਮੰਡ ਨੂੰ, ਸਮਾਜ ਨੂੰ, ਆਲੇ ਦੁਆਲੇ ਨੂੰ, ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਤੇ ਉਹਦੇ ਬਾਰੇ ਮੈਂ ਗੱਲ ਕੀਤੀ ਹੈ ਕਿ ਉਸ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੇ ਹਾਂ। ਪਹਿਲਾ ਹਿੱਸਾ ਉਹ ਹੈ ਜਿਸ ਦੇ ਵਿੱਚ ਅਸੀਂ ਵਿਚਾਰਵਾਦੀ ਦਰਸ਼ਨ ਨੂੰ ਲੈਂਦੇ ਹਾਂ, ਦੂਸਰਾ ਹਿੱਸਾ ਉਹ ਹੈ ਜਿਸ ਦੇ ਵਿੱਚ ਅਸੀਂ ਪਦਾਰਥਵਾਦੀ ਦਰਸ਼ਨ ਨੂੰ ਲੈਂਦੇ ਹਾਂ। ਹੁਣ ਵਿਚਾਰਵਾਦੀ ਦਰਸ਼ਨ ਰਾਹੀਂ ਸੋਚ ਰੱਖਣ ਵਾਲੇ ਵਿਅਕਤੀਆਂ ਦਾ ਸ੍ਰਿਸ਼ਟੀ ਨੂੰ ਅਤੇ ਬਾਕੀ ਵਰਤਾਰਿਆਂ ਨੂੰ ਸਮਝਣ ਦੇ ਵਿੱਚ ਕਿਹੋ ਜਿਹਾ ਵਿਹਾਰ ਹੁੰਦਾ ਹੈ, ਪਦਾਰਥਵਾਦੀ ਦਰਸ਼ਨ ਨੂੰ ਆਧਾਰ ਬਣਾ ਕੇ ਸ੍ਰਿਸ਼ਟੀ ਨੂੰ ਸਮਝਣ ਵਾਲੇ ਵਿਅਕਤੀਆਂ ਦਾ ਆਲੇ ਦੁਆਲੇ ਨੂੰ ਜਾਣਨ ਦੇ ਵਿੱਚ ਕਿਹੋ ਜਿਹਾ ਆਧਾਰ ਹੁੰਦਾ ਹੈ, ਇਹ ਗੱਲਾਂ ਸਮਝਣੀਆਂ ਬੇਹੱਦ ਜ਼ਰੂਰੀ ਹਨ। ਅਸੀਂ ਜੋ ਵੀ ਗੱਲਬਾਤ ਕਰ ਰਹੇ ਹਾਂ ਅਸੀਂ ਉਸ ਨੂੰ ਸਾਹਿਤ ਦੇ ਪ੍ਰਸੰਗ ਵਿੱਚ ਕਰ ਰਹੇ ਹਾਂ। ਬਹੁਤ ਵਾਰੀ ਵਿਦਿਆਰਥੀਆਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਲੇਖਕ ਦਾ ਰਚਨਾ ਦਰਸ਼ਨ ਕੀ ਹੈ ਜਾਂ ਗੁਰਮਤ ਦਾ ਦਰਸ਼ਨ ਕੀ ਹੈ, ਕਿਸੇ ਵਿਸ਼ੇਸ਼ ਨਾਵਲ ਦਾ, ਵਿਅਕਤੀ ਦਾ, ਵਿਸ਼ੇਸ਼ ਸਮੇਂ ਤੇ ਜੁੜੇ ਹੋਏ ਲੋਕਾਂ ਦਾ, ਵਿਸ਼ੇਸ਼ ਰਾਜਨੀਤਿਕ ਪਾਰਟੀ ਦਾ, ਵਿਸ਼ੇਸ਼ ਧਰਮ ਦਾ, ਉਹਨਾਂ ਦਾ ਕਿਸ ਕਿਸਮ ਦਾ ਦਰਸ਼ਨ ਜਾਂ ਉਹਨਾਂ ਦਾ ਫਲਸਫਾ ਕੀ ਹੈ, ਉਸ ਨੂੰ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਦੇ, ਵਿਸ਼ੇਸ਼ ਸੁਸਾਇਟੀ ਦੇ, ਵਿਸ਼ੇਸ਼ ਵਿਚਾਰ ਰੱਖਣ ਵਾਲੇ ਲੋਕਾਂ ਦੇ ਦਰਸ਼ਨ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਗੱਲ ਸਾਨੂੰ ਇਹ ਦੇਖਣੀ ਪੈਂਦੀ ਹੈ ਕਿ ਉਹ ਵਿਅਕਤੀ ਬਾਕੀ ਬਾਹਰੀ ਵਰਤਾਰਿਆਂ ਨੂੰ ਕਿਸ ਪ੍ਰਕਾਰ ਦੇਖਦਾ ਅਤੇ ਸਮਝਦਾ ਹੈ। ਜੇਕਰ ਕੋਈ ਰਚਨਾਕਾਰ ਇਹ ਸਮਝਦਾ ਹੈ ਕਿ ਜਿਹੜੇ ਮਨੁੱਖ ਹੈ ਉਹ ਪ੍ਰਕਿਰਤਕ ਵਰਤਾਰਿਆਂ ਅਨੁਸਾਰ ਚੱਲਦੇ ਨੇ, ਉਹ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਹੈ, ਉਹ ਬਾਕੀ ਜੀਵਾਂ ਵਾਂਗੂ ਇੱਕ ਜੀਵ ਹੈ, ਜਿੰਨਾ ਚਿਰ ਉਸ ਦਾ ਇੱਥੇ ਸਥਾਨ ਹੈ ਉਹਨਾਂ ਚਿਰ ਰਹਿੰਦਾ ਹੈ, ਉਸ ਦੀ ਸੋਚ ਵਿਚਾਰ ਉਸ ਦੇ ਬਾਹਰੀ ਅਨੁਭਵ ਦਾ ਸਿੱਟਾ ਹੈ, ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਪਦਾਰਥਵਾਦੀ ਦਰਸ਼ਨ ਨਾਲ ਜੁੜਿਆ ਹੋਇਆ ਵਿਅਕਤੀ ਹੈ। ਜਦੋਂ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਮਨੁੱਖ ਹੈ ਜਿਹੜਾ ਉਹ ਆਪ ਕੁਛ ਨਹੀਂ ਕਰਦਾ, ਉਸ ਦੇ ਪਿੱਛੇ ਕੋਈ ਪ੍ਰਮਾਤਮਾ ਕਹੋ, ਗੈਬੀ ਤਾਕਤ ਕਹੋ ਜਾਂ ਕੁਛ ਵੀ ਉਸ ਨੂੰ ਕਹੋ, ਉਹ ਉਸ ਨੂੰ ਆਦੇਸ਼ ਦਿੰਦੀ ਹੈ। ਮਨੁੱਖ ਤਾਂ ਇੱਕ ਸ੍ਰਿਸ਼ਟੀ ਦਾ ਜਾਂ ਪ੍ਰਕਿਰਤੀ ਦਾ ਜਾਂ ਪਰਮਾਤਮਾ ਦਾ ਪੁਤਲਾ ਹੈ, ਜਿਹੋ ਜਿਹਾ ਉਸ ਨੂੰ ਆਦੇਸ਼ ਹੁੰਦਾ ਹੈ ਉਹ ਉਹੇ ਜਿਹੇ ਕਰਮ ਕਰਦਾ ਹੈ। ਜਦੋਂ ਅਸੀਂ ਇਸ ਤਰੀਕੇ ਨਾਲ ਕਿਸੇ ਰਚਨਾ ਨੂੰ, ਕਿਸੇ ਵਿਚਾਰ ਨੂੰ, ਕਿਸੇ ਵਿਅਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਆਖਦੇ ਹਾਂ ਕਿ ਉਹ ਵਿਚਾਰਵਾਦੀ ਦਰਸ਼ਨ ਨੂੰ ਆਧਾਰ ਬਣਾ ਕੇ ਚੱਲਦਾ ਹੈ। ਇਸ ਲਈ ਜਿਹੜਾ ਦਰਸ਼ਨ ਹੈ ਇਸ ਨੂੰ ਸਮਝਣਾ ਬੇਹੱਦ ਜ਼ਰੂਰੀ ਇਸ ਕਰਕੇ ਵੀ ਹੋ ਜਾਂਦਾ ਹੈ ਕਿ ਜਦੋਂ ਅਸੀਂ ਸ੍ਰਿਸ਼ਟੀ ਦੇ ਸਾਰੇ ਪਸਾਰ ਨੂੰ ਦੇਖਦੇ ਹਾਂ ਤਾਂ ਉਸ ਬਾਰੇ ਸਾਡੀ ਬਣੀ ਹੋਈ ਸਮਝ ਨੂੰ ਦਰਸ਼ਨ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ, ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ। ਤੇ ਇਸ ਪ੍ਰਭਾਵ ਰਾਹੀਂ ਹੀ ਅਸੀਂ ਬਾਕੀ ਸਾਰੇ ਵਰਤਾਰਿਆਂ ਨੂੰ ਦੇਖ ਸਕਦੇ ਹਾਂ, ਜਾਣ ਸਕਦੇ ਹਾਂ, ਸਮਝ ਸਕਦੇ ਹਾਂ। ਕਿਉਂਕਿ ਕੋਈ ਵੀ ਵਿਅਕਤੀ, ਵਰਤਾਰਾ, ਸਮਾਜ ਜਾਂ ਕਿਸੇ ਵਿਅਕਤੀ ਦੁਆਰਾ ਸਿਰਜੀ ਹੋਈ ਰਚਨਾ ਉਹ ਦਰਸ਼ਨ ਤੋਂ ਰਹਿਤ ਨਹੀਂ ਹੁੰਦੀ, ਉਹ ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਤੌਰ ਤੇ ਦਰਸ਼ਨ ਨਾਲ ਜੁੜੀ ਹੋਈ ਹੈ।